ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕਰਨ ਜਾ ਰਹੇ ਹਾਂ ਰਾਜਸਥਾਨ ਅਜਮੇਰ ਬੋਰਡ ਵਿੱਚ 10ਵੀਂ ਜਮਾਤ ਦੀ ਜਿਹੜੀ ਪੰਜਾਬੀ ਦੀ ਕਿਤਾਬ ਹੈ ਸਾਹਿਤ ਸੁਗੰਧੀਆਂ, ਉਸ ਵਿੱਚ 6ਵੇਂ ਕਵੀ ਹੈ ਮੀਆਂ ਵਜੀਦ ਜੀ। ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਅੱਜ ਆਪਾਂ ਪੜ੍ਹਾਂਗੇ। ਮੀਆਂ ਵਜੀਦ ਜੀ ਦੀ ਜੋ ਪਹਿਲੀ ਰਚਨਾ ਹੈ ਉਸ ਦਾ ਨਾਮ ਹੈ ਇਕਨਾ ਦੇ ਘਰ ਪੁੱਤ। ਇਸ ਦੇ ਵਿੱਚ ਮੀਆਂ ਵਜੀਦ ਜੀ ਕੀ ਕਹਿਣਾ ਚਾਹੁੰਦੇ ਹੈ? ਉਹ ਕਹਿੰਦੇ ਹੈ, ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ। ਕਿ ਇਸ ਧਰਤੀ ਉੱਤੇ ਕਈ ਇਸ ਤਰ੍ਹਾਂ ਦੇ ਘਰ ਹੈ ਜਿਨ੍ਹਾਂ ਦੇ ਘਰੇ ਇੱਕ ਪੁੱਤਰ ਹੈ ਔਰ ਪੁੱਤਰ ਅੱਗੇ ਵਿਆਹਿਆ ਗਿਆ ਹੈ, ਯਾਨੀ ਕਿ ਉਹਨਾਂ ਦੇ ਪੋਤਰੇ ਵੀ ਘਰ ਵਿੱਚ ਹੈ। ਮਤਲਬ ਉਹਨਾਂ ਦੇ ਬਹੁਤ ਲੰਬੇ ਚੌੜੇ ਪਰਿਵਾਰ ਹੈ। ਠੀਕ ਹੈ ਜੀ। ਮਤਲਬ ਇਸ ਧਰਤੀ ਉੱਤੇ ਕਈ ਘਰ ਇਹੋ ਜਿਹੇ ਹੈ ਜਿਨ੍ਹਾਂ ਦੇ ਘਰ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਹੈ, ਪੁੱਤਰ ਦੇ ਅਗਾਂਹ ਪੋਤਰੇ ਵੀ ਹੋ ਗਏ ਹੈ, ਯਾਨੀ ਕਿ ਲੰਬੇ ਚੌੜੇ ਪਰਿਵਾਰ ਹੈ। ਇਕਨਾ ਦੇ ਘਰ ਧੀਆਂ, ਧੀਆਂ ਘਰ ਦੋਤਰੇ। ਕਈ ਘਰ ਇੱਥੇ ਇਹੋ ਜਿਹੇ ਹੈ ਜਿਨ੍ਹਾਂ ਦੇ ਘਰੇ ਪੁੱਤ ਤਾਂ ਨਹੀਂ ਪਰ ਧੀਆਂ ਹੈ, ਯਾਨੀ ਧੀਆਂ ਮਤਲਬ ਕੁੜੀਆਂ, ਅਤੇ ਧੀਆਂ ਦੇ ਘਰੇ ਅੱਗੇ ਦੋਤਰਿਆਂ ਨੇ ਜਨਮ ਲਿਆ ਹੈ, ਯਾਨੀ ਕਿ ਬਹੁਤ ਲੰਬੇ ਚੌੜੇ ਪਰਿਵਾਰ ਹੈ। ਇਕਨਾ ਦੇ ਘਰ ਇੱਕ ਤੇ ਉਹ ਵੀ ਜਾਏ ਮਰ। ਔਰ ਇਸ ਸੰਸਾਰ ਵਿੱਚ ਕਈ ਇਹੋ ਜਿਹੇ ਘਰ ਹੈ ਜਿਨ੍ਹਾਂ ਦੇ ਇੱਕ ਹੀ ਪੁੱਤਰ ਹੁੰਦਾ ਹੈ ਅਤੇ ਉਹ ਵੀ ਮਰ ਜਾਂਦਾ ਹੈ। ਸੋਚੋ ਉਸ ਪਰਿਵਾਰ ਉੱਤੇ ਹੁਣ ਕੀ ਬੀਤਦੀ ਹੋਵੇਗੀ। ਵਜੀਦਾ ਕੌਣ ਸਾਹਿਬ ਨੇ ਆਖੇ। ਸਾਹਿਬ ਦਾ ਮਤਲਬ ਹੈ ਪਰਮਾਤਮਾ। ਇਉਂ ਨਹੀਂ ਇੰਜ ਕਰ। ਕਿ ਉਸ ਪਰਮਾਤਮਾ ਨੂੰ ਕੌਣ ਜਾ ਕੇ ਆਖੇ ਕਿ ਇਹ ਪਰਮਾਤਮਾ ਤੈਨੂੰ ਐ ਨਹੀਂ ਕਰਨਾ ਚਾਹੀਦਾ। ਯਾਨੀ ਕਿ ਫਿਰ ਇੱਕ ਵਾਰ ਇਸ ਕਵਿਤਾ ਦੇ ਬਾਰੇ ਦੱਸਦੇ ਹਾਂ। ਮਤਲਬ ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਕਈਆਂ ਦੇ ਘਰ ਤਾਂ ਮਾਲਕ ਨੇ ਪੁੱਤ ਬਖਸ਼ ਦਿੱਤੇ, ਪੋਤਰੇ ਬਖਸ਼ ਦਿੱਤੇ, ਕਈਆਂ ਦੇ ਘਰ ਧੀਆਂ ਹੈ, ਧੀਆਂ ਦੇ ਘਰੇ ਦੋਤਰੇ ਹੈ, ਔਰ ਕਈਆਂ ਦੇ ਇੱਕ ਹੀ ਪੁੱਤਰ ਹੁੰਦਾ ਹੈ, ਉਹ ਵੀ ਮਰ ਜਾਂਦਾ ਹੈ। ਉਸ ਪਰਿਵਾਰ ਨੂੰ ਕਿੰਨੇ ਦੁੱਖ ਦੇਖਣੇ ਪੈਂਦੇ ਹੈ। ਹੇ ਮੇਰੇ ਮਾਲਕ, ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਦੂਜੀ ਰਚਨਾ ਹੈ ਜੀ ਉਤਪਤ ਸਭ ਸੰਸਾਰ। ਉਤਪਤ ਦਾ ਮਤਲਬ ਹੁੰਦਾ ਉਤਪਤੀ ਕਰਨਾ, ਯਾਨੀ ਕਿ ਸਿਰਜਣਾ ਕਰਨਾ। ਸੰਸਾਰ ਮਤਲਬ ਸਾਰਾ ਸੰਸਾਰ, ਜਗਤ। ਉਤਪਤ ਸਭ ਸੰਸਾਰ ਜੋ ਸੱਚੇ ਰੱਬ ਦੀ। ਕਿ ਇਸ ਸਾਰੇ ਦੇ ਸਾਰੇ ਸੰਸਾਰ ਦੀ ਉਤਪਤੀ, ਇਸ ਸਾਰੇ ਦੇ ਸਾਰੇ ਸੰਸਾਰ ਦੀ ਸਿਰਜਣਾ ਉਸ ਸੱਚੇ ਰੱਬ ਨੇ ਕੀਤੀ ਹੈ। ਇੱਕ ਸਾਹਿਬ ਨੇ ਰਚੀ ਰੂਹ ਸਭ ਦੀ। ਰੂਹ ਦਾ ਮਤਲਬ ਆਤਮਾ। ਕਿ ਇੱਕੋ ਹੀ ਪਰਮਾਤਮਾ ਨੇ ਆਪਣੇ ਸਾਰਿਆਂ ਦੇ ਵਿੱਚ ਆਤਮਾ ਪਾਈ ਹੈ। ਇਕਨਾ ਰਾਹ ਸ਼ਰੀਅਤ, ਇਕਨਾ ਰਾਮ ਹਰੀ। ਰਾਹ ਦਾ ਮਤਲਬ ਹੁੰਦਾ ਰਸਤਾ, ਸ਼ਰੀਅਤ ਹੁੰਦਾ ਹੈ ਮੁਸਲਮਾਨਾਂ ਦੇ ਕਾਇਦੇ ਕਾਨੂੰਨ। ਇਕਨਾ ਰਾਮ ਹਰੀ। ਹਰੀ ਮਤਲਬ ਹਿੰਦੂ ਲੋਕ ਪਰਮਾਤਮਾ ਨੂੰ, ਰੱਬ ਨੂੰ ਹਰੀ ਕਹਿੰਦੇ ਹੈ। ਕਿ ਜਦੋਂ ਇੱਕ ਸਾਹਿਬ ਨੇ ਸਾਰਿਆਂ ਦੀ ਰੂਹ ਰਚੀ ਹੈ, ਇੱਕੋ ਪਰਮਾਤਮਾ ਨੇ ਸਭ ਦੇ ਵਿੱਚ ਆਤਮਾ ਪਾਈ ਹੈ, ਤਾਂ ਧਰਤੀ ਉੱਤੇ ਆ ਕੇ ਅੱਧੇ ਮੁਸਲਮਾਨ ਕਿਉਂ ਬਣ ਜਾਂਦੇ ਹੈ ਔਰ ਅੱਧੇ ਹਿੰਦੂ ਕਿਉਂ ਬਣ ਜਾਂਦੇ ਹੈ। ਯਾਨੀ ਕਿ ਇਕਨਾ ਰਾਹ ਸ਼ਰੀਅਤ। ਸ਼ਰੀਅਤ ਦਾ ਮਤਲਬ ਮੁਸਲਮਾਨਾਂ ਦੇ ਕਾਨੂੰਨ। ਕਿ ਅੱਧੇ ਮੁਸਲਮਾਨਾਂ ਦੇ ਨਿਯਮ ਕਿਉਂ ਅਪਣਾਉਣ ਲੱਗ ਜਾਂਦੇ ਹੈ ਔਰ ਅੱਧੇ ਹਿੰਦੂ ਕਿਉਂ ਬਣ ਜਾਂਦੇ ਹੈ। ਵਜੀਦਾ ਕੌਣ ਸਾਹਿਬ ਨੇ ਆਖੇ ਇਉਂ ਨਹੀਂ ਅੰਜ ਕਰ। ਕਿ ਕੌਣ ਉਸ ਪਰਮਾਤਮਾ ਨੂੰ ਕਹੇ ਕਿ ਰੱਬਾ ਦੁਨੀਆਦਾਰੀ ਵਿੱਚ ਐ ਨਹੀਂ ਹੋਣਾ ਚਾਹੀਦਾ। ਤੀਜੀ ਰਚਨਾ ਹੈ ਜੀ ਰਾਵਣ ਵੱਡਾ ਹੰਕਾਰੀ। ਇਹ ਰਾਵਣ ਦੇ ਬਾਰੇ ਦੱਸਿਆ ਗਿਆ ਹੈ ਕਿ ਰਾਵਣ ਨੂੰ ਆਪਣੇ ਆਪ 'ਤੇ ਬਹੁਤ ਹੰਕਾਰ ਸੀ। ਰਾਵਣ ਵੱਡਾ ਹੰਕਾਰੀ ਲੰਕਾ ਜਿੱਤ ਕਰ। ਕਿ ਰਾਵਣ ਨੂੰ ਆਪਣੇ ਆਪ 'ਤੇ ਬਹੁਤ ਹੰਕਾਰ ਸੀ। ਉਸਨੇ ਪੂਰੇ ਦੀ ਪੂਰੀ ਲੰਕਾ ਸੀ ਜਿਹੜੀ ਉਸਦੀ ਸੋਨੇ ਦੀ ਸੀਗੀ ਔਰ ਉਸ ਲੰਕਾ ਦਾ ਰਾਜਾ ਸੀ। ਕੋਟ 33 ਦੇਵ ਬੰਦੀ ਜਿੱਤ ਦਰ। ਕੋਟ 33 ਦੇਵ ਦਾ ਮਤਲਬ ਹੈ 33 ਕਰੋੜ ਦੇਵੀ ਦੇਵਤੇ। ਬੰਦੀ ਦਾ ਮਤਲਬ ਗੁਲਾਮ। ਜਿੱਤ ਦਰ ਦਾ ਮਤਲਬ ਜਿਸ ਦੇ ਦਰਵਾਜ਼ੇ 'ਤੇ। ਕਿ 33 ਕਰੋੜ ਦੇਵੀ ਦੇਵਤੇ ਉਸ ਦੇ ਦਰਵਾਜ਼ੇ 'ਤੇ ਖੜੇ ਰਹਿੰਦੇ ਸੀ। ਦਿੱਤੋਸ ਖਾਕ ਰੁਲਾਏ ਇਕਸੇ ਪਲਕ ਪਰ। ਦਿੱਤੋਸ ਦਾ ਮਤਲਬ ਦਿੱਤਾ, ਖਾਕ ਦਾ ਮਤਲਬ ਮਿੱਟੀ, ਰੁਲਾਏ ਦਾ ਮਤਲਬ ਰੋਲ ਦਿੱਤਾ। ਇਕਸੇ ਪਲਕ ਪਰ। ਕਿ ਜਦੋਂ ਉਹਦਾ ਆਖਰੀ ਟਾਈਮ ਆਇਆ ਤਾਂ ਇੱਕ ਪਲਕ ਵਿੱਚ ਹੀ ਭਗਵਾਨ ਰਾਮ ਨੇ ਉਹਨੂੰ ਮਾਰ ਕੇ ਮਿੱਟੀ ਵਿੱਚ ਰੋਲ ਦਿੱਤਾ। ਵਜੀਦਾ ਕੌਣ ਸਾਹਿਬ ਨੇ ਆਖੇ ਇਉਂ ਨਹੀਂ ਇੰਜ ਕਰ। ਕਿ ਕੌਣ ਉਸ ਪਰਮਾਤਮਾ ਨੂੰ ਆਖੇ ਕਿ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਜਾਂ ਸਾਨੂੰ ਸਮਝਾਉਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਆਪਣੇ ਆਪ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ। ਉਸ ਤੋਂ ਅੱਗੇ ਹੈ ਜੀ ਗਊਆਂ ਦੇਂਦਾ ਘਾਹ। ਇਹਦੇ ਵਿੱਚ ਕੀ ਕਹਿੰਦਾ ਕਵੀ? ਗਊਆਂ ਦੇਂਦਾ ਘਾਹ ਮਲੀਂਦਾ ਕੁੱਤਿਆਂ। ਘਾਹ ਦਾ ਮਤਲਬ ਹੁੰਦਾ ਘਾਸ, ਪੱਠੇ। ਮਲੀਂਦਾ ਦਾ ਮਤਲਬ ਹੁੰਦਾ ਚੂਰੀ। ਗਊਆਂ ਦੇਂਦਾ ਘਾਹ। ਜਿਹੜੀਆਂ ਗਊਆਂ ਯਾਨੀ ਕਿ ਗਾਈਆਂ ਹੈਗੀਆਂ, ਉਹ ਆਪਾਂ ਨੂੰ ਪੀਣ ਲਈ ਦੁੱਧ ਦਿੰਦੀਆਂ, ਲੇਕਿਨ ਉਹਨਾਂ ਨੂੰ ਖਾਣ ਨੂੰ ਘਾਹ ਮਿਲਦਾ ਹੈ। ਮਲੀਂਦਾ ਕੁੱਤਿਆਂ। ਕੁੱਤੇ ਜੋ ਕਿ ਆਪਾਂ ਨੂੰ ਕੁਛ ਵੀ ਨਹੀਂ ਦਿੰਦੇ ਔਰ ਉਹਨਾਂ ਨੂੰ ਖਾਣ ਲਈ ਚੂਰੀ ਮਿਲਦੀ ਹੈ। ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਲੋਕ ਕੁੱਤੇ ਪਾਲਦੇ, ਉਹਨਾਂ 'ਤੇ ਮਹਿੰਗੇ ਮਹਿੰਗੇ ਉਹਨਾਂ ਨੂੰ ਭੋਜਨ ਲਿਆ ਕੇ ਮਾਸ ਵਗੈਰਾ ਖਿਲਾਉਂਦੇ ਹੈ, ਮਹਿੰਗੇ ਮਹਿੰਗੇ ਟੀਕੇ ਲਵਾ ਕੇ ਉਹਨਾਂ ਮੂਹਰੇ ਮਹਿੰਗੇ ਮਹਿੰਗੇ ਖਾਣੇ ਰੱਖੇ ਜਾਂਦੇ ਹੈ।
ਲੇਕਿਨ ਉਹਨਾਂ ਤੋਂ ਆਪਾਂ ਨੂੰ ਕੁਝ ਨਹੀਂ ਮਿਲਦਾ। ਔਰ ਜਿਹੜੀਆਂ ਗਾਈਆਂ ਆਪਾਂ ਨੂੰ ਦੁੱਧ ਦਿੰਦੀਆਂ ਹੈ ਉਹਨਾਂ ਨੂੰ ਖਾਣ ਲਈ ਕੇਵਲ ਘਾਹ ਹੀ ਮਿਲਦਾ ਹੈ। ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ, ਕਿ ਉਸ ਪਰਮਾਤਮਾ ਦੀ ਲੀਲਾ ਇਹੋ ਜਿਹੀ ਹੈ ਕਿ ਉਹ ਜਾਗਦਿਆਂ ਦੀ ਖੋਹ ਲੈਂਦਾ ਹੈ, ਯਾਨੀ ਕਿ ਜੋ ਸਾਰਾ ਦਿਨ ਕੰਮ ਕਰਦੇ ਉਹਨਾਂ ਨੂੰ ਬਹੁਤ ਘੱਟ ਨਸੀਬ ਹੁੰਦਾ ਹੈ, ਔਰ ਕਈਆਂ ਨੂੰ ਸੁੱਤਿਆਂ ਸੁੱਤਿਆਂ ਪਿਆਂ ਨੂੰ ਹੀ ਬਹੁਤ ਕੁਝ ਮਿਲ ਜਾਂਦਾ ਹੈ। ਚਹੁੰ ਕੁੱਟੀ ਹੈ ਪਾਣੀ ਤਾਲ ਸਰਬਸਰ, ਚਹੁੰ ਕੁੱਟੀ ਦਾ ਮਤਲਬ ਚਾਰੇ ਪਾਸੇ, ਕਿ ਚਾਰੇ ਪਾਸੇ ਉਸ ਪਰਮਾਤਮਾ ਦੀ ਮਿਹਰ ਦਾ ਪਾਣੀ ਬਰਸ ਰਿਹਾ ਹੈ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਕਿ ਕੌਣ ਉਸ ਪਰਮਾਤਮਾ ਨੂੰ ਜਾ ਕੇ ਕਵੇ ਕਿ ਇਹ ਪਰਮਾਤਮਾ ਤੈਨੂੰ ਐ ਨਹੀਂ ਕਰਨਾ ਚਾਹੀਦਾ। ਉਸ ਤੋਂ ਅੱਗੇ ਮੂਰਖ ਨੌ ਅਸਵਾਰੀ, ਮੂਰਖ ਨੌ ਅਸਵਾਰੀ ਹਾਥੀ ਘੋੜਿਆਂ, ਕਿ ਜਿਹੜੇ ਮੂਰਖ ਬੰਦੇ ਹੈ ਉਹ ਬੜੀ ਟੌਰ ਨਾਲ ਰਹਿੰਦੇ ਹੈ, ਹਾਥੀ ਘੋੜਿਆਂ ਦੀ ਸਵਾਰੀ ਕਰਦੇ ਹੈ। ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਪਿਆਦੇ ਦਾ ਮਤਲਬ ਪੈਦਲ, ਪੰਡਿਤ ਦਾ ਮਤਲਬ ਸਮਝਦਾਰ ਲੋਕ, ਔਰ ਜਿਹੜੇ ਸਮਝਦਾਰ ਲੋਕ ਹੈ ਚੰਗੇ ਲੋਕ ਹੈ ਉਹ ਵਿਚਾਰੇ ਪੈਦਲ ਹੀ ਤੁਰੇ ਫਿਰਦੇ ਹੈ। ਪਾਟੇ ਜੋੜਿਆਂ, ਜੋੜਿਆਂ ਦਾ ਮਤਲਬ ਹੈ ਜੀ ਜੁੱਤੇ ਬੂਟ, ਕਿ ਉਹਨਾਂ ਦੇ ਜੁੱਤੇ ਵੀ ਪਾਟੇ ਹੋਏ ਹੈ। ਕਰਦੇ ਸੁਗੜ ਮਜ਼ਦੂਰੀ ਮੁਰਖ ਦੇ ਜਾਏ ਕਰ, ਸੁਗੜ ਦਾ ਮਤਲਬ ਸਮਝਦਾਰ, ਮਜ਼ਦੂਰੀ ਦਾ ਮਤਲਬ ਮਜ਼ਦੂਰੀ ਕਰਨਾ, ਕਿ ਸਮਝਦਾਰ ਲੋਕਾਂ ਨੂੰ ਮੂਰਖਾਂ ਦੇ ਘਰਾਂ ਵਿੱਚ ਜਾ ਕੇ ਮਜ਼ਦੂਰੀ ਕਰਨੀ ਪੈਂਦੀ ਹੈ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ, ਕਿ ਕੌਣ ਉਸ ਪਰਮਾਤਮਾ ਨੂੰ ਕਹੇ ਕਿ ਰੱਬਾ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਸ ਤੋਂ ਅੱਗੇ ਜੀ ਦੁਰਯੋਧਨ ਵੱਡਾ ਹੰਕਾਰੀ, ਪਹਿਲਾਂ ਸੀ ਰਾਵਣ ਵੱਡਾ ਹੰਕਾਰੀ, ਇਹ ਹੈ ਦੁਰਯੋਧਨ ਵੱਡਾ ਹੰਕਾਰੀ। ਦੁਰਯੋਧਨ ਵੱਡਾ ਹੰਕਾਰੀ ਕਿਸੇ ਨਾ ਜਾਣਦਾ, ਦੁਰਯੋਧਨ ਕੌਣ ਸੀ ਜੀ? ਕੌਰਵਾਂ ਦਾ ਸਭ ਤੋਂ ਵੱਡਾ ਭਰਾ ਸੀ, 5 ਪਾਂਡਵ ਸੀ, 100 ਕੌਰਵ ਸੀ, ਕੌਰਵਾਂ ਵਿੱਚ ਸਭ ਤੋਂ ਵੱਡਾ ਸੀ ਦੁਰਯੋਧਨ। ਦੁਰਯੋਧਨ ਵੱਡਾ ਹੰਕਾਰੀ ਕਿਸੇ ਨਾ ਜਾਣਦਾ, ਦੁਰਯੋਧਨ ਨੂੰ ਆਪਣੇ ਆਪ 'ਤੇ ਬਹੁਤ ਹੰਕਾਰ ਸੀ, ਉਹ ਕਿਸੇ ਨੂੰ ਕੁਛ ਨਹੀਂ ਸੀ ਸਮਝਦਾ। ਕ੍ਰਿਸ਼ਨ ਫਿਰੇ ਰੇਵਾਰੀ ਸੁਲਹ ਕਰਾਉਂਦਾ, ਰੇਵਾਰੀ ਦਾ ਮਤਲਬ ਹੁੰਦਾ ਜੀ ਧਾਰਮਿਕ ਗੁਰੂ, ਸੁਲਹ ਕਰਾਈਂ ਦਾ ਮਤਲਬ ਉਹਨਾਂ 'ਚ ਰਾਜੀਨਾਮਾ ਕਰਵਾਉਂਦਾ, ਕਿ ਕ੍ਰਿਸ਼ਨ ਉਹਨਾਂ ਦਾ ਧਾਰਮਿਕ ਗੁਰੂ ਸੀ, ਉਹ ਕੌਰਵਾਂ ਔਰ ਪਾਂਡਵਾਂ ਵਿੱਚ ਰਾਜੀਨਾਮਾ ਕਰਵਾਉਂਦਾ ਸੀ ਕਿ ਤੁਸੀਂ ਆਪਸ 'ਚ ਨਾ ਲੜੋ, ਮਿਲ ਜੁਲ ਕੇ ਰਹੋ, ਲੇਕਿਨ ਉਹਨਾਂ ਵਿੱਚ ਆਖਿਰ 'ਚ ਯੁੱਧ ਹੋ ਜਾਂਦਾ ਹੈ। ਦੇਹੀ ਗਿਰਜਨ ਖਾਈ ਐਵੇਂ ਗਈ ਸੜ, ਗਿਰਜਨ ਦਾ ਮਤਲਬ ਹੈ ਜੀ ਗਿੱਧ, ਇੱਕ ਪੰਛੀ ਹੁੰਦਾ ਜੋ ਮਰੇ ਬੰਦੇ ਦਾ ਮਾंस ਖਾਂਦਾ ਹੈ। ਖਾਈ ਦਾ ਮਤਲਬ ਖਾਦਾ, ਦੇਹੀ ਦਾ ਮਤਲਬ ਸਰੀਰ, ਕਿ ਅੰਤ ਵਿੱਚ ਦੁਰਯੋਧਨ ਦਾ ਸਰੀਰ ਪਿਆ ਪਿਆ ਜਦੋਂ ਉਸ ਨੂੰ ਮਾਰ ਦਿੰਦਾ ਹੈ ਭੀਮ, ਤਾਂ ਉਸ ਦਾ ਸਰੀਰ ਪਿਆ ਪਿਆ ਸੜ ਜਾਂਦਾ ਹੈ, ਉਹਦੇ ਸਰੀਰ ਨੂੰ ਗਿੱਧਾਂ ਨੇ ਆ ਕੇ ਖਾਧਾ। ਆ ਲਿਖਿਆ ਨਾ, ਦੇਹੀ ਗਿਰਜਨ ਖਾਈ ਐਵੇਂ ਗਈ ਸੜ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ, ਕਿ ਕੌਣ ਉਸ ਪਰਮਾਤਮਾ ਨੂੰ ਕਹੇ ਕਿ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਔਰ ਇਨਸਾਨ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ। ਉਸ ਤੋਂ ਅੱਗੇ ਜੀ ਇਕਨਾ ਮਹਿਲ ਉਸਾਰੇ, ਇਕਨਾ ਮਹਿਲ ਉਸਾਰੇ ਮੰਡਪ ਮਾੜੀਆਂ, ਉਸਾਰੇ ਦਾ ਮਤਲਬ ਬਣਾਉਣੇ, ਕਿ ਇਸ ਧਰਤੀ ਉੱਤੇ ਕਈ ਲੋਕਾਂ ਨੇ ਵੱਡੇ ਵੱਡੇ ਮਹਿਲ ਬਣਾਏ ਹੋਏ ਹੈ, ਬਹੁਤ ਤਕੜੇ ਤਕੜੇ ਘਰ ਹੈ, ਕਈਆਂ ਦੇ ਵਿਚਾਰਿਆਂ ਦੇ ਝੌਂਪੜੀਆਂ ਹੈ। ਇੱਕ ਬੰਨਣ ਸਿਰ 'ਤੇ ਭਾਰ ਉਠਾਇਣ ਖਾਰੀਆਂ, ਖਾਰੀਆਂ ਕਹਿੰਦੇ ਜੀ ਟੋਕਰੀਆਂ ਨੂੰ, ਕਈ ਵਿਚਾਰੇ ਸਾਰਾ ਦਿਨ ਸਿਰ 'ਤੇ ਭਾਰ ਚੁੱਕ ਕੇ ਮਿਹਨਤ ਕਰਦੇ ਆ, ਇੱਟਾਂ ਚੁੱਕਣਾ ਬੱਠਲ ਚੁੱਕਣਾ, ਬਹੁਤ ਹੀ ਬਹੁਤ ਮਿਹਨਤ ਕਰਦੇ ਹੈ, ਬਹੁਤ ਗਰੀਬ ਹੈ। ਇਕਨਾ ਦੇ ਹੇਠ ਤੁਰੇ, ਤੁਰੇ ਦਾ ਮਤਲਬ ਹੈ ਘੋੜੇ, ਕਈਆਂ ਦੇ ਹੇਠ ਘੋੜੇ ਆ, ਘੋੜਿਆਂ ਦੀ ਸਵਾਰੀ ਕਰਦੇ ਹੈ। ਇੱਕ ਫਿਰੇ ਦਰ ਬਦਰ, ਔਰ ਕਈ ਵਿਚਾਰੇ ਪੈਦਲ ਹੀ ਭਟਕਦੇ ਫਿਰਦੇ, ਦਰ ਦਰ ਭਟਕ ਰਹੇ ਹੈ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ, ਕਿ ਕੌਣ ਉਸ ਪਰਮਾਤਮਾ ਨੂੰ ਆਖੇ ਕਿ ਰੱਬਾ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਸ ਤੋਂ ਅੱਗੇ ਜੀ ਪੜ੍ਹ ਕਰ ਪੰਡਿਤ, ਇਹਦੇ ਵਿੱਚ ਕਵੀ ਕੀ ਕਹਿੰਦਾ ਹੈ? ਪੜ੍ਹ ਕਰ ਪੰਡਿਤ ਨਿਤ ਲੋਕਾਂ ਸਮਝਾਇੰਦਾ, ਇੱਕ ਪੰਡਿਤ ਹੈ ਉਹ ਖੁਦ ਵਿਦਿਆ ਗ੍ਰਹਿਣ ਕਰਕੇ ਕੁਝ ਕਿਤਾਬਾਂ ਪੜ੍ਹ ਕੇ, ਨਿਤ ਦਾ ਮਤਲਬ ਰੋਜ਼, ਲੋਕਾਂ ਨੂੰ ਸਮਝਾਉਂਦਾ ਹੈ ਕਿ ਤੁਸੀਂ ਆਹ ਕਰੋ, ਆਹ ਨਾ ਕਰੋ, ਐ ਨਾ ਕਰੋ। ਘਰ ਜਲਤੇ ਕੀ ਖਬਰ ਨਾ ਹਰਗਿਜ਼ ਪਾਇੰਦਾ, ਉਹਦਾ ਖੁਦ ਦਾ ਘਰ ਜਲ ਰਿਹਾ ਹੈ, ਉਹਨੂੰ ਖੁਦ ਦੇ ਘਰ ਦੀ ਖਬਰ ਨਹੀਂ। ਘਰ ਜਲਤੇ ਦੀ ਖਬਰ ਯਾਨੀ ਕਿ ਉਸ ਦੇ ਅੰਦਰ, ਖੁਦ ਦੇ ਅੰਦਰ ਬੁਰਾਈਆਂ ਹੈ, ਖੁਦ ਦੀਆਂ ਬੁਰਾਈਆਂ ਉਹ ਦੂਰ ਨਹੀਂ ਕਰ ਰਿਹਾ ਔਰ ਦੂਜਿਆਂ ਨੂੰ ਸਮਝਾ ਰਿਹਾ ਹੈ। ਜੋ ਕੁਛ ਕਹੇ ਜੋ ਕਛੂ ਪੋਥੀ ਕਹੇ ਨਾ ਪੰਡਿਤ ਮਾਨਹੀ, ਪੋਥੀ ਦਾ ਮਤਲਬ ਪੁਸਤਕ, ਧਾਰਮਿਕ ਪੁਸਤਕ, ਜੋ ਕੁਛ ਪੁਸਤਕ ਕਹਿੰਦੀ ਹੈ ਉਸ ਨੂੰ ਪੰਡਿਤ ਖੁਦ ਨਹੀਂ ਮੰਨਦਾ, ਲੋਕਾਂ ਨੂੰ ਮੰਨਣ ਲਈ ਕਹਿ ਰਿਹਾ ਹੈ। ਵਜੀਦਾ ਪੜਨ ਕਰਨ ਮੇ ਭੇਦ ਖਾਕ ਸਿਰ ਛਾਨਾਈ, ਭੇਦ ਦਾ ਮਤਲਬ ਹੁੰਦਾ ਜੀ ਫਰਕ, ਜਿਹੜੇ ਇਨਸਾਨ ਪੜਨ ਔਰ ਕਰਨ ਵਿੱਚ ਭੇਦ ਕਰਦੇ ਆ, ਫਰਕ ਰੱਖਦੇ ਆ। ਖਾਕ, ਖਾਕ ਮਤਲਬ ਮਿੱਟੀ, ਕਿ ਉਹ ਸਿਰ ਵਿੱਚ ਮਿੱਟੀ ਪਵਾਉਂਦੇ ਆ, ਅਰਥਾਤ ਆਪਣੀ ਬੇਇੱਜ਼ਤੀ ਕਰਵਾ ਲੈਂਦੇ ਹੈ। ਸਾਨੂੰ ਪੜਨ ਔਰ ਕਰਨ ਵਿੱਚ ਕਦੇ ਫਰਕ ਨਹੀਂ ਰੱਖਣਾ ਚਾਹੀਦਾ। ਉਸ ਤੋਂ ਅੱਗੇ ਜੀ ਇਹਦੇ ਪ੍ਰਸ਼ਨ ਉੱਤਰ, ਜਿਵੇਂ ਆ ਹੇਠ ਲਿਖਿਆ ਕਾਵ ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਜਿਵੇਂ ਇਹਨਾਂ ਦੋਵਾਂ 'ਚ ਕੋਈ ਇੱਕ ਕਰਨੀ, ਮੰਨ ਲਓ ਪੇਪਰ 'ਚ ਆ ਜਾਂਦੀ ਹੈ, ਪਹਿਲਾਂ ਤਾਂ ਪ੍ਰਸੰਗ ਲਿਖਣਾ, ਪ੍ਰਸੰਗ ਦੇ ਵਿੱਚ ਤੁਸੀਂ ਲਿਖੋਗੇ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਦਾ ਨਾਮ
ਇਕਨਾ ਦੇ ਘਰ ਪੁੱਤ ਹੈ। ਇਸ ਦਾ ਕਵੀ ਮੀਆਂ ਵਜੀਦ ਜੀ ਹੈ, ਉਸ ਨੇ ਇਸ ਵਿੱਚ ਰੱਬ ਨੂੰ ਉਲਾਂਭਾ ਦਿੱਤਾ ਹੈ। ਠੀਕ ਹੈ, ਆ ਇਸ ਦੀ ਪ੍ਰਸੰਗ ਹੈ। ਕਵੀ ਦਾ ਨਾਮ, ਕਵਿਤਾ ਦਾ ਨਾਮ ਅਤੇ ਕਿਤਾਬ ਦਾ ਨਾਮ ਕੋਮੇ ਵਿੱਚ ਬੰਦ ਕਰਨਾ। ਅੱਗੇ ਇਸ ਦੀ ਵਿਆਖਿਆ ਕਰਦੇ ਨੇ, ਵਿਆਖਿਆ ਆਪਾਂ ਪਿੱਛੇ ਕਰ ਹੀ ਚੁੱਕੇ ਹਾਂ। ਉਵੇਂ ਆ ਹੈ ਜੀ। ਫਿਰ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਹੈ, ਪੜ੍ਹ ਕਰ ਪੰਡਿਤ ਸ਼ਲੋਕ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਉਹੀ ਇਹਦਾ ਸ਼ਲੋਕ ਦਾ ਹੈ ਕਿ ਇੱਕ ਪੰਡਿਤ ਹੈ, ਉਹ ਖੁਦ ਪੜ੍ਹ ਕੇ ਲੋਕਾਂ ਨੂੰ ਸਮਝਾਉਂਦਾ ਹੈ ਤੁਸੀਂ ਚੰਗੇ ਕੰਮ ਕਰੋ, ਆਹ ਨਾ ਕਰੋ, ਉਹ ਨਾ ਕਰੋ, ਲੇਕਿਨ ਉਹਦਾ ਖੁਦ ਦਾ ਘਰ ਜਲ ਰਿਹਾ ਹੈ, ਖੁਦ ਉਹਦੇ ਮਨ ਵਿੱਚ ਬੁਰੇ ਵਿਚਾਰ ਹੈ, ਆਪਣੇ ਵਿਚਾਰਾਂ ਨੂੰ ਉਹ ਸਾਫ਼ ਨਹੀਂ ਰੱਖਦਾ। ਠੀਕ ਹੈ, ਇਸ ਤਰ੍ਹਾਂ ਦੇ ਲੋਕ ਆਪਣੀ ਬੇਇੱਜ਼ਤੀ ਕਰਵਾ ਲੈਂਦੇ ਹੈ, ਸਿਰ ਵਿੱਚ ਮਿੱਟੀ ਪਵਾ ਦਿੰਦੇ ਹੈ। ਉਸ ਤੋਂ ਬਾਅਦ ਹੈ, ਮੂਰਖ ਨੋ ਅਸਵਾਰੀ ਸ਼ਲੋਕ ਰਾਹੀਂ ਕੀ ਸਿੱਖਿਆ ਮਿਲਦੀ ਹੈ। ਤਾਂ ਇਸ ਤੋਂ ਆਹੀ ਸਿੱਖਿਆ ਮਿਲਦੀ ਹੈ ਕਿ ਜਿਹੜੇ ਮੂਰਖ ਬੰਦੇ ਹੈ ਉਹ ਘੋੜਿਆਂ ਹਾਥੀਆਂ ਦੀ ਸਵਾਰੀ ਕਰਦੇ ਹੈ, ਔਰ ਸਮਝਦਾਰ ਲੋਕ ਵਿਚਾਰੇ ਪੈਦਲ ਹੀ ਭਟਕ ਰਹੇ ਹੈ, ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਫਿਰ ਵੀ ਉਹਨਾਂ ਨੂੰ ਕੁਛ ਨਹੀਂ ਮਿਲਦਾ। ਇਸ ਲਈ ਪਰਮਾਤਮਾ ਨੂੰ ਉਲਾਂਭਾ ਦਿੱਤਾ ਹੈ। ਉਸਨੇ ਕਿਹਾ ਹੈ ਕਵੀ ਨੇ ਕਿ ਰੱਬਾ ਤੈਨੂੰ ਨਿਆਏ ਕਰਨਾ ਚਾਹੀਦਾ ਹੈ ਲੋਕਾਂ ਨਾਲ। ਉਤਪਤ ਸਭ ਸੰਸਾਰ ਸ਼ਲੋਕ ਰਾਹੀਂ ਮੀਆਂ ਵਜੀਦ ਰੱਬ ਦੇ ਕਿਹੜੇ ਕਿਹੜੇ ਗੁਣਾਂ ਦੀ ਗੱਲ ਕਰਦਾ ਹੈ। ਉਹ ਆਹੀ ਕਹਿੰਦਾ ਹੈ ਕਿ ਰੱਬਾ ਤੂੰ ਇਕੱਲੇ ਨੇ ਸਾਰਿਆਂ ਦੀ ਰੂਹ ਰਚੀ ਹੈ, ਸਾਰਿਆਂ ਦਾ ਇੱਕੋ ਹੀ ਪਰਮਾਤਮਾ ਨੇ ਪੂਰਾ ਸੰਸਾਰ ਬਣਾਇਆ, ਇੱਕੋ ਹੀ ਪਰਮਾਤਮਾ ਨੇ ਆਤਮਾ ਰੱਖੀ ਹੈ ਸਾਡੇ ਵਿੱਚ। ਫਿਰ ਲੋਕ ਇੱਥੇ ਆ ਕੇ ਬਦਲ ਕਿਉਂ ਜਾਂਦੇ ਆ, ਉਹਨਾਂ ਨੂੰ ਇਸ ਤਰ੍ਹਾਂ ਬਦਲਣਾ ਨਹੀਂ ਚਾਹੀਦਾ। ਮੀਆਂ ਵਜੀਦ ਦੇ ਕਿਹੜੇ ਸ਼ਲੋਕਾਂ ਵਿੱਚ ਹੰਕਾਰੀ ਮਨੁੱਖਾਂ ਦੀ ਦੁਰਦਸ਼ਾ ਦੇ ਇਤਿਹਾਸਿਕ ਹਵਾਲਿਆਂ ਦਾ ਚਿੱਤਰਣ ਹੈ, ਵਰਣਨ ਕਰੋ। ਤਾਂ ਇਹਦੇ ਵਿੱਚ ਹੰਕਾਰੀ ਮਨੁੱਖਾਂ ਦਾ ਦੋਵਾਂ ਦਾ ਵਰਣਨ ਆਇਆ ਹੈ। ਮੀਆਂ ਵਜੀਦ ਰਾਵਣ ਵੱਡਾ ਹੰਕਾਰੀ ਅਤੇ ਦੁਰਯੋਧਨ ਵੱਡਾ ਹੰਕਾਰੀ, ਰਾਵਣ ਦਾ ਅਤੇ ਦੁਰਯੋਧਨ ਦਾ ਵਰਣਨ ਆਇਆ। ਠੀਕ ਹੈ ਜੀ, ਇਹਦੀ ਵਿਆਖਿਆ ਮੈਂ ਕਰ ਵੀ ਦਿੱਤੀ ਹੈ। ਵੈਸੇ ਤੁਹਾਡੇ ਕੋਲ ਪਾਸਬੁੱਕ ਵੀ ਹੋਊਗੀ, ਉਸ ਤੋਂ ਵੀ ਪੜ੍ਹ ਲਿਓ। ਅਗਰ ਕੋਈ ਨਾ ਚੀਜ਼ ਸਮਝ ਆਵੇ ਤਾਂ ਮੈਂ ਪਿੱਛੇ ਸਮਝਾਇਆ ਹੀ ਹੈ। ਅਗਰ ਫਿਰ ਵੀ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਵਿੱਚ ਦੱਸ ਦਿਓ ਜੀ, ਹੋਰ ਵੀ ਇਹ ਤੋਂ ਵਧੀਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਜੀ।